ਇੱਕ ਬਹੁਤ ਖੂਬਸੂਰਤ ਵਾਕਿਆ ਹੈ ਜਿਹਨੂੰ ਕੁਰਾਨ ਨੇ ਵੀ ਬਿਆਨ ਕੀਤਾ ਹੈ ਔਰ ਉਸ ਵਾਕਿਏ ਦੀ ਨਿਸਬਤ ਨਾਲ ਕੁਰਾਨ ਪਾਕ ਦੀ ਉਸ ਸੂਰਤ ਦਾ ਨਾਂ ਰੱਖਿਆ ਗਿਆ ਹੈ। ਇੱਕ ਅਜੀਬ ਗਰੀਬ ਔਰ ਬਹੁਤ ਹੀ ਮਹਿੰਗੀ ਗਾਂ ਦਾ ਜ਼ਿਕਰ ਕੁਰਾਨ ਪਾਕ ਵਿੱਚ ਹੈ ਔਰ ਉਸ ਗਾਂ ਦੀ ਨਿਸਬਤ ਦੇ ਨਾਲ ਕੁਰਾਨ ਪਾਕ ਦੀ ਸੂਰਤ ਦਾ ਨਾਂ ਬੱਕਰਾ ਰੱਖਿਆ ਗਿਆ, ਯਾਨੀ ਕਿ ਗਾਂ ਵਾਲੀ ਸੂਰਤ। ਇਹਦਾ ਵਾਕਿਆ ਕੁਝ ਇਸ ਤਰ੍ਹਾਂ ਹੈ ਕਿ ਬਨੀ ਇਸਰਾਈਲ ਦੇ ਵਿੱਚ ਇੱਕ ਨੇਕ ਸਾਹਲੇ ਬਜ਼ੁਰਗ ਰਹਿੰਦੇ ਸਨ। ਠੀਕ ਹੈ। ਜਦੋਂ ਉਹਨਾਂ ਦੀ ਵਫਾਤ ਦਾ ਵਕਤ ਕਰੀਬ ਆਇਆ ਨਾ, ਤੇ ਉਹਨਾਂ ਦੇ ਕੋਲ ਇੱਕ ਗਾਂ ਦੀ ਬੱਚਿਆ ਸੀ। ਉਹ ਉਹਨੂੰ ਲੈ ਕੇ ਜੰਗਲ ਦੇ ਵਿੱਚ, ਔਰ ਜੰਗਲ ਦੇ ਵਿੱਚ ਜਾ ਕੇ ਤੇ ਉੱਥੇ ਉਹਨਾਂ ਅੱਲਾ ਦੇ ਸਪੁਰਦ ਕਰ ਦਿੱਤੀ, ਅਮਾਨਤ ਦੇ ਦਿੱਤੀ। ਐ ਅੱਲਾ, ਇਹ ਮੇਰੀ ਨਸਲ ਲਈ ਮੈਂ ਤੈਨੂੰ ਅਮਾਨਤ ਦਿੰਦਾ। ਠੀਕ ਹੈ। ਤੇ ਉਸ ਨੇਕ ਸਾਲੇ ਬਜ਼ੁਰਗ ਦਾ ਇੱਕ ਨਾਬਾਲਗ ਬੱਚਾ ਵੀ ਸੀ। ਉਹ ਬਜ਼ੁਰਗ ਜਿਹੜੇ ਨੇ ਉਹ ਗਾਂ ਅੱਲਾ ਦੇ ਹਵਾਲੇ ਜੰਗਲ ਵਿੱਚ ਕਰਕੇ ਆਪ ਆਏ, ਕੁਝ ਦਿਨਾਂ ਤੱਕ ਫੌਤ ਹੋ ਗਏ। ਉਹ ਜਿਹੜਾ ਬੱਚਾ ਸੀ ਨਾਬਾਲਗ, ਉਹ ਵੀ ਫਿਰ ਬਾਅਦ ਕਾਫੀ ਅਰਸੇ ਬਾਅਦ ਜਿਹੜਾ ਨਾ ਉਹ ਬਾਲਗ ਹੋ ਗਿਆ। ਬਾਲਗ ਹੋ ਕੇ ਮਾਂ ਦਾ ਫਰਮਾ ਬਰਦਾਰ ਬਣਿਆ, ਬੜਾ ਨੇਕੋਕਾਰ ਇਬਾਦਤ ਗੁਜ਼ਾਰ ਬਣਿਆ। ਉਹ ਜੰਗਲ ਜਾਂਦਾ ਸੀ, ਜਾ ਕੇ ਉੱਥੋਂ ਲੱਕੜਾਂ ਵੱਢ ਕੇ ਲਿਆਂਦਾ ਸੀ, ਬਾਜ਼ਾਰ ਵੇਚਦਾ ਸੀ ਔਰ ਬਾਜ਼ਾਰ ਵੇਚ ਕੇ ਤੇ ਉਸ ਰਕਮ ਦੇ ਤਿੰਨ ਹਿੱਸੇ ਕਰਦਾ ਸੀ। ਇੱਕ ਹਿੱਸਾ ਜਿਹੜਾ ਵੇ ਉਹ ਅੱਲਾ ਦੀ ਰਾਹ 'ਤੇ ਖਰਚ ਕਰਦਾ ਸੀ, ਦੂਸਰਾ ਹਿੱਸਾ ਉਹ ਆਪਣੀ ਜ਼ਾਤ 'ਤੇ ਖਰਚ ਕਰਦਾ ਸੀ ਔਰ ਤੀਸਰਾ ਹਿੱਸਾ ਜਿਹੜਾ ਵੇ ਉਹ ਆਪਣੀ ਮਾਂ ਨੂੰ ਦਿੰਦਾ ਸੀ, ਆਪਣੀ ਕਮਾਈ ਦਾ। ਇਸੇ ਤਰ੍ਹਾਂ ਉਹਨੇ ਰਾਤ ਨੂੰ ਤਿੰਨ ਹਿੱਸਿਆਂ ਦੇ ਵਿੱਚ ਤਕਸੀਮ ਕੀਤਾ ਹੋਇਆ ਸੀ। ਇੱਕ ਹਿੱਸਾ ਉਹ ਸੌਂਦਾ ਸੀ, ਇੱਕ ਹਿੱਸਾ ਉਹ ਇਬਾਦਤ ਕਰਦਾ ਸੀ ਔਰ ਰਾਤ ਦਾ ਇੱਕ ਹਿੱਸਾ ਉਹ ਆਪਣੀ ਮਾਂ ਦੀ ਖਿਦਮਤ ਕਰਦਾ ਸੀ। ਤੇ ਇੱਕ ਦਿਨ ਉਹਦੀ ਮਾਂ ਨੇ ਉਸ ਨੇਕ ਜੋ ਬਜ਼ੁਰਗ ਬੱਚਾ ਸੀ, ਬਾਲਗ ਹੋਇਆ, ਉਹਦੀ ਮਾਂ ਨੇ ਉਹਨੂੰ ਆਖਿਆ ਕਿ ਪੁੱਤਰ, ਤੇਰੇ ਪਿਓ ਨੇ ਨਾ ਇੱਕ ਗਾਂ ਦੀ ਬੱਚਾ ਜਿਹੜੀ ਹੈ ਉਹ ਅੱਲਾ ਦੀ ਅਮਾਨਤ ਦਿੱਤੀ ਸੀ। ਫਲਾਂ ਜੰਗਲ ਜਾ, ਫਲਾਣੇ ਦਰਖਤ ਕੋਲ, ਤੇ ਉੱਥੋਂ ਜਾ ਕੇ ਤੂੰ ਇਸ ਤਰ੍ਹਾਂ ਕਿਉਂਕਿ ਇਹ ਇਬਰਾਹੀਮ, ਇਸਮਾਈਲ, ਇਸਹਾਕ ਔਰ ਯਾਕੂਬ ਦੇ ਖੁਦਾ ਮੇਰੀ ਜਿਹੜੀ ਅਮਾਨਤ ਹੈ ਮੇਰੇ ਵਾਲਿਦ ਨੇ ਦਿੱਤੀ ਸੀ, ਉਹ ਮੈਨੂੰ ਵਾਪਸ ਕਰ ਦੇ। ਲਿਹਾਜ਼ਾ ਉਹ ਬੱਚਾ ਜਾਂਦਾ ਹੈ। ਉਹ ਜਾ ਕੇ ਤੇ ਇਸ ਤਰ੍ਹਾਂ ਉੱਥੇ ਜੰਗਲ ਜਿਹੜੀ ਨਿਸ਼ਾਨਦੇਹੀ ਉਹਨਾਂ ਦੀ ਵਾਲਦਾ ਨੇ ਕੀਤੀ ਹੁੰਦੀ ਹੈ, ਉੱਥੇ ਜਾ ਕੇ ਤੇ ਉਸੇ ਤਰ੍ਹਾਂ ਆਉਂਦਾ, ਇਹ ਇਬਰਾਹੀਮ, ਇਸਮਾਈਲ, ਇਸਹਾਕ ਔਰ ਯਾਕੂਬ ਦੇ ਖੁਦਾ ਮੇਰੇ ਵਾਲਿਦ ਨੇ ਜੋ ਅਮਾਨਤ ਗਾਂ ਦੀ ਬੱਚਿਆ ਦਿੱਤੀ ਸੀ ਉਹ ਮੈਨੂੰ ਵਾਪਸ ਕਰ ਦੇ। ਤੇ ਇੰਨੀ ਦੇਰ ਸੀ ਦੁਆ ਮੰਗਦਾ, ਤੇ ਉਹ ਗਾਂ ਜਿਹੜੀ ਹੈ ਨਾ ਉਹ ਦੌੜਦੀ ਹੋਈ ਜਾਂਦੀ ਹੈ, ਬੱਚਿਆ ਜਿਹੜੀ ਸੀ। ਤੇ ਉਹ ਨਾ ਦਰਮਿਆਨੀ ਉਮਰ ਤੱਕ ਪਹੁੰਚ ਜਾਂਦੀ ਹੈ। ਪੀਲੇ ਰੰਗ ਦੀ ਗਾਂ ਹੁੰਦੀ ਹੈ, ਬੜੀ ਖੂਬਸੂਰਤ ਹੁੰਦੀ ਹੈ। ਉਹ ਨਾ ਬੁੱਢੀ ਹੁੰਦੀ ਹੈ ਤੇ ਨਾ ਹੀ ਉਹ ਜ਼ਿਆਦਾ ਲਵੀ ਹੁੰਦੀ ਹੈ। ਉਹ ਉਹਨੂੰ ਲੈਂਦਾ ਤੇ ਲੈ ਕੇ ਘਰ ਆ ਜਾਂਦਾ ਵੇ। ਜਦੋਂ ਘਰ ਆਉਂਦਾ ਨਾ ਤੇ ਉਹਦੀ ਮਾਂ ਉਹਨੂੰ ਆਂਦੀ ਹੈ ਕਿ ਪੁੱਤਰ, ਬਾਜ਼ਾਰ ਇਹਨੂੰ ਲੈ ਜਾ ਤੇ ਇਹਨੂੰ 3 ਦਿਨਾਰ ਦੇ ਵਿੱਚ ਜਾਂ ਦਿਰਹਮ ਵਿੱਚ ਤੂੰ ਵੇਚਣਾ ਵੇ। ਠੀਕ ਹੈ। ਤੇ ਜਦੋਂ ਕੋਈ ਗਾਹਕ ਆਵੇ ਮੇਰੇ ਬਗੈਰ ਪੁੱਛੇ ਤੂੰ ਨਹੀਂ ਵੇਚਣਾ। ਠੀਕ ਹੈ। ਉਹ ਲੈ ਜਾਂਦਾ ਗਾਂ ਨੂੰ। ਉਹ ਗਾਂ ਨੂੰ ਲੈ ਕੇ ਜਾਂਦਾ ਜਾ ਕੇ ਬਾਜ਼ਾਰ ਦੇ ਵਿੱਚ। ਉੱਥੇ ਇੱਕ ਗਾਹਕ ਆਂਦਾ ਵੇ, ਤੈਨੂੰ 3 ਦਿਨਾਰ ਦੇਣਾ ਵਾ, 3 ਸੋਨੇ ਦੇ ਸਿੱਕੇ ਦੇਣਾ, 3 ਨਾਲੋਂ ਜ਼ਿਆਦਾ ਦੇਣਾ, ਆਪਣੀ ਮਾਂ ਕੋਲ ਨਹੀਂ ਪੁੱਛਣਾ, ਆਪਣੀ ਵਾਲਦਾ ਕੋਲ ਨਹੀਂ ਪੁੱਛਣਾ। ਉਹਨਾਂ ਆਖਿਆ ਨਹੀਂ ਜੀ, ਮੈਂ ਤੇ ਆਪਣੀ ਵਾਲਦਾ ਕੋਲ ਪੁੱਛਣਾ। ਠੀਕ ਹੈ। ਉਹ ਜਾਂਦਾ ਜਾ ਕੇ ਤੇ ਆਂਦਾ ਕਿ ਫਿਰ ਇੱਕ ਬੰਦਾ ਆਇਆ ਸੀ, ਉਹਨੇ ਮੈਨੂੰ ਆਖਿਆ ਸੀ 3 ਤੋਂ ਜ਼ਿਆਦਾ ਤੈਨੂੰ ਦੇਣਾ ਵਾ ਤੇ ਮੈਨੂੰ ਫਰੋਖਤ ਕਰ ਦੇ, ਲੇਕਿਨ ਮਾਂ ਕੋਲ ਨਹੀਂ ਪੁੱਛਣਾ। ਤੇ ਲੇਕਿਨ ਉਹਦੀ ਵਾਲਦਾ ਜਿਹੜੀ ਉਹ ਵੀ ਅੱਲਾ ਦੀ ਨੇਕ ਬੰਦੀ ਸੀ, ਤੇ ਉਹਨੇ ਆਖਿਆ ਇਹ ਕੋਈ ਫਰਿਸ਼ਤਾ ਵੇ, ਇਹਦੇ ਕੋਲ ਪੁੱਛ ਕਿ ਕਿਦੋਂ ਵੇਚੀ ਅਸੀਂ। ਉਹ ਵਾਪਸ ਜਾਂਦਾ, ਜੋ ਬਾਲਗ ਨੇਕ ਬੱਚਾ ਹੁੰਦਾ ਉਹ ਜਿਹੜਾ ਲੈ ਜਾਂਦਾ ਗਾਂ ਨੂੰ ਵਾਪਸ। ਤੇ ਉੱਥੇ ਫਿਰ ਉਹ ਬੰਦਾ ਆਂਦਾ ਕਿ 3 ਨਾਲੋਂ ਜ਼ਿਆਦਾ ਦਿਰਹਮ ਜਾਂ ਦਿਨਾਰ ਦੇਣਾ ਤੇ ਆਪਣੀ ਮਾਂ ਕੋਲ ਨਾ ਪੁੱਛ। ਉਹਨੇ ਆਖਿਆ ਵੀ ਮੇਰੀ ਵਾਲਦਾ ਇਹ ਪੁੱਛਦੀਆਂ ਨੇ ਕਿ ਇਹਨੂੰ ਕਿਦੋਂ ਵੇਚੀਏ ਅਸੀਂ। ਤੇ ਉਹ ਫਰਿਸ਼ਤਾ ਹੁੰਦਾ, ਉਹ ਫਰਿਸ਼ਤਾ ਉਹਨੂੰ ਆਂਦਾ ਕਿ ਤੁਸੀਂ ਇਹਨੂੰ ਹੁਣ ਨਾ ਵੇਚੋ, ਬਨੀ ਇਸਰਾਈਲ ਦੇ ਕੁਝ ਲੋਕ ਆਉਣਗੇ ਇਹ ਗਾਂ ਖਰੀਦਣ, ਤੇ ਉਹਨਾਂ ਨੂੰ ਗਾਂ ਦੇ ਚਮੜੇ ਦੇ ਵਿੱਚ, ਇਹਦੀ ਖੱਲ ਦੇ ਵਿੱਚ ਸੋਨਾ ਭਰਨ ਦੀ ਕੀਮਤ ਲੈਣੀ ਹੈ। ਯਾਨੀ ਇੰਨਾ ਸੋਨਾ ਲੈਣਾ ਕਿ ਗਾਂ ਦੀ ਜਿਹੜੀ ਖੱਲ ਹੈ ਉਹਦੇ ਵਿੱਚ ਭਰੀ ਜਾਵੇ। ਉਹਨੇ ਆਖਿਆ ਚਲੋ ਠੀਕ ਹੈ। ਉੱਧਰ ਵਾਕਿਆ ਇਹ ਹੋਇਆ ਕਿ ਇੱਕ ਬਸਤੀ ਦੇ ਵਿੱਚ ਨਾ ਇੱਕ ਚਾਚਾਜ਼ਾਦ ਭਾਈ ਨੇ ਆਪਣੇ ਚਾਚਾਜ਼ਾਦ ਭਾਈ ਨੂੰ ਜ਼ਮੀਨ ਦੀ ਖਾਤਰ, ਦੌਲਤ ਦੀ ਖਾਤਰ ਮਾਰ ਕੇ, ਕਤਲ ਕਰਕੇ ਬਸਤੀ ਕਿਸੇ ਹੋਰ ਦੇ ਸਾਹਮਣੇ ਪਾ ਦਿੱਤਾ। ਤੇ ਅਗਲੇ ਦਿਨ ਸ਼ੋਰ ਪਾ ਦਿੱਤਾ ਜੀ ਇਹ ਮੈਂ ਤੇ ਕਿਸਾਸ ਲੈਣਾ, ਮੈਂ ਫੈਸਲਾ ਲੈਣਾ। ਤੇ ਫਿਰ ਹਜ਼ਰਤ ਮੂਸਾ अलैहिस्सलाम ਕੋਲ ਚਲੇ ਗਏ। हज़रत मूसा अलैहिस्सलाम ने अल्लाह के हुक्म नाल इरशाद फरमाया कि कोई गां ज़िबा करो तो ਉਹਦੀ किसी भी हिस्से का जिहड़ा है ना हिस्सा मारो
ਜੋ ਫੌਤ ਹੋਇਆ ਤੇ ਉਹ ਉੱਠ ਕੇ ਦੱਸ ਦੇਗਾ ਕਿ ਉਹਨੂੰ ਕਿਹਨੇ ਕਤਲ ਕੀਤਾ ਹੈ। ਲੇਕਿਨ ਬਨੀ ਇਸਰਾਈਲ ਦੇ ਉਹਦੇ ਲਿਹਾਜ਼ਾ ਉਹਨਾਂ ਆਪ ਮਾਰਿਆ ਸੀ, ਉਹਨਾਂ ਲੋਕਾਂ ਨੇ ਉਹਨਾਂ ਨੇ ਗੱਲ ਟਾਲ ਕੀਤੀ ਕਿਵੇਂ ਦੀ ਹੋਣੀ ਚਾਹੀਦੀ ਏ, ਠੀਕ ਹੈ, ਰੰਗ ਕੀ ਹੋਣਾ ਚਾਹੀਦਾ, ਠੀਕ ਹੈ, ਸਾਨੂੰ ਸਮਝ ਨਹੀਂ ਆਉਂਦੀ ਪਈ। ਤੇ ਉਹ ਵੱਧਦੇ ਗਏ, ਫਿਰ ਉਹ ਮੁਸ਼ਕਿਲਾਤ ਆਉਂਦੀਆਂ ਗਈਆਂ, ਇੱਥੋਂ ਤੱਕ ਕਿ ਫਿਰ ਉਹਨਾਂ ਨੂੰ ਦੱਸ ਦਿੱਤਾ ਗਿਆ ਕਿ ਉਹ ਪੀਲੇ ਰੰਗ ਦੀ ਗਾਂ ਹੈ, ਨਾ ਉਹਦੇ ਕੋਲ ਕੰਮ ਲਿਆ ਜਾਂਦਾ, ਨਾ ਉਹਦੇ ਕੋਲ ਪਾਣੀ ਤੇ ਹੱਲ ਵਾਏ ਜਾਂਦੇ ਨੇ, ਨਾ ਪਾਣੀ ਕੱਢਿਆ ਜਾਂਦਾ, ਕੋਈ ਕੰਮ ਨਹੀਂ ਕਰਦੀ, ਸੋਹਣੀ ਹੈ, ਵੇਖਣ ਵਾਲਿਆਂ ਨੂੰ ਖੁਸ਼ ਕਰਦੀ। ਉਹ ਟੁਰਦੇ ਉੱਥੇ ਆ ਗਏ ਉਸੇ ਗਾਂ ਕੋਲ, ਤੇ ਉਹਨਾਂ ਨੇ ਫਿਰ ਉਹ ਸੋਨਾ ਭਰ ਕੇ ਖਾਲ ਦੇ ਵਿੱਚ ਉਹ ਗਾਂ ਦਿੱਤੀ, ਬਈ ਇੰਨਾ ਸੋਨਾ ਲਾਂਗੇ ਜਿੰਨੀ ਇਹਦੀ ਖਾਲ ਦੇ ਵਿੱਚ ਭਰੀ ਜਾਵੇ ਤਾਂ ਗਾਂ ਦੇਣੀ ਹੈ। ਤੇ ਉਹ ਫਿਰ ਲੈ ਗਏ, ਠੀਕ ਹੈ। ਹੁਣ ਇਹਦੇ ਸਬਕ ਦੋ ਸਾਨੂੰ ਇਹ ਸਬਕ ਮਿਲਦੇ ਨੇ। ਇੱਕ ਇਹ ਕਿ ਅੱਲਾ ਦੀ ਅਮਾਨਤ ਦੇ ਵਿੱਚ ਦਿੱਤੀ ਹੋਈ ਚੀਜ਼ ਜ਼ਾਇਆ ਨਹੀਂ ਜਾਂਦੀ, ਠੀਕ ਹੈ। ਦੂਸਰੀ ਇਹ ਚੀਜ਼ ਕਿ ਆਪਣੀ ਔਲਾਦ ਲਈ ਕੁਝ ਨਾ ਕੁਝ ਛੱਡ ਕੇ ਜਾਣਾ ਚਾਹੀਦਾ ਦੁਨੀਆ ਤੋਂ, ਠੀਕ ਹੈ। ਤੀਸਰੀ ਇਹ ਗੱਲ ਹੈ ਕਿ ਆਪਣੀ ਮਾਂ ਦੀ ਖਿਦਮਤ ਕਰਨ ਨਾਲ ਇਤਨਾ ਅੱਲਾ ਤਬਾਰਕ ਤਾਲਾ ਦਿੰਦਾ ਹੈ ਕਿ ਬੰਦੇ ਨੂੰ ਪਤਾ ਵੀ ਨਹੀਂ ਲੱਗਦਾ ਕਿਸ ਟਾਈਮ ਦਿਨ ਪਰਤ ਜਾਂਦੇ ਨੇ। ਦੂਸਰੀ ਗੱਲ ਇਹ ਵੇ ਕਿ ਜਦੋਂ ਸ਼ਰੀਅਤ ਦਾ ਕੋਈ ਮਸਲਾ ਆਵੇ ਨਾ, ਤੇ ਉਹਦੇ ਵਿੱਚ ਟਾਮਾ ਟੋਲ ਨਹੀਂ ਕਰਨੀ ਚਾਹੀਦੀ, ਬਸ ਅੱਖਾਂ ਬੰਦ ਕਰਕੇ ਅਮਲ ਕਰਨਾ ਚਾਹੀਦਾ, ਯੂੰ ਚੂੰਕੇ ਚਨਾਚੇ ਨਹੀਂ ਕਰਨੀ ਚਾਹੀਦੀ, ਬੰਦਾ ਮੁਸ਼ਕਿਲ ਵਿੱਚ ਆ ਜਾਂਦਾ ਜ਼ਿਆਦਾ ਸਵਾਲ ਕਰਨ ਦੇ ਨਾਲ। ਤੇ ਲਿਹਾਜ਼ਾ ਚਾਹੀਦਾ ਇਸ ਵਾਕਿਏ ਤੋਂ ਸਾਨੂੰ ਇਹ ਪਤਾ ਲੱਗਾ ਕਿ ਦੀਨੀ ਮਾਮਲਾਤ ਦੇ ਵਿੱਚ ਸ਼ਰੀਅਤ ਦਾ ਜਿਹੜਾ ਹੁਕਮ ਹੋਵੇ ਉਹਨੂੰ ਅੱਖਾਂ ਬੰਦ ਕਰਕੇ ਮੰਨੋ, ਆਪਣੇ ਵਾਲਦੇਨ ਦੀ ਫਰਮਾ ਬਰਦਾਰੀ ਕਰੋ, ਠੀਕ ਹੈ। ਉਸ ਤੋਂ ਬਾਅਦ ਆਪਣੀ ਆਉਣ ਵਾਲੀ ਨਸਲ ਲਈ ਵੀ ਸੋਚੋ ਕਿ ਉਹਨਾਂ ਨੂੰ ਕਿਧਰੇ ਜਦੋਂ ਅਸੀਂ ਦੁਨੀਆ ਤੋਂ ਜਾਵਾਂਗੇ ਕਿਧਰੇ ਉਹ ਦਰਬਦਰ ਨਾ ਹੋਣ, ਉਹਨਾਂ ਲਈ ਕੁਝ ਨਾ ਕੁਝ ਕਰਨਾ ਚਾਹੀਦਾ।